ਸਿਮਰਤੀ ਵਿੱਚ ਆ ਗਿਆ, ਉਹਦੇ ਅੰਦਰ ਛਾਪ ਬਣ ਜਾਂਦੀ ਹੈ। ਉਸ ਸਿਮਰਤੀ ਦੀ ਅੰਦਰ ਛਾਪ ਬਣ ਜਾਂਦੀ ਹੈ। ਜਿਹਨੂੰ ਚੇਤੇ ਕੀਤਾ ਹੈ, ਚੇਤੇ ਤੇ ਤਾਂ ਕਰੇਗਾ ਮਨੁੱਖ, ਕੁਝ ਪ੍ਰਭਾਵਿਤ ਹੋਇਆ ਹੋਵੇਗਾ ਮਨ। ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹਾਂ, ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸ ਨੂੰ ਯਾਦ ਨਹੀਂ ਕਰਦਾ, ਹਿਰਦਾ ਉਸ ਨੂੰ ਨਹੀਂ ਯਾਦ ਕਰਦਾ। ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਵੀ ਨਹੀਂ ਕਰਦਾ। ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਉਹਦੀ ਪ੍ਰਾਪਤੀ ਲਈ ਨਾ ਮਨੁੱਖ ਸਮਾਂ ਕੱਢਦਾ, ਨਾ ਸੰਘਰਸ਼ ਕਰਦਾ, ਨਾ ਮਿਹਨਤ ਕਰਦਾ। ਪ੍ਰਭਾਵਿਤ ਹੀ ਨਹੀਂ। ਜਿਸ ਤੋਂ ਮਨ ਪ੍ਰਭਾਵਿਤ ਹੈ, ਮਨ ਉਸ ਦੀ ਮੰਗ ਕਰਦਾ ਹੈ, ਉਹਨੂੰ ਚੇਤੇ ਕਰਦਾ ਹੈ, ਉਹਦੀ ਪ੍ਰਾਪਤੀ ਦੇ ਲਈ ਯਤਨ ਕਰਦਾ ਹੈ, ਸੰਘਰਸ਼ ਕਰਦਾ ਹੈ, ਮਿਹਨਤ ਕਰਦਾ ਹੈ, ਉਪਰਾਲੇ ਕਰਦਾ ਹੈ। ਇਹ ਤੇ ਸੱਚਾਈ ਹੈ, ਸੱਚਾਈ ਹੈ। ਆਪਣੀ ਸਿਮਰਤੀ ਦਾ ਅਧਿਐਨ ਕਰਕੇ ਹਰ ਮਨੁੱਖ ਪੜ੍ਹ ਸਕਦਾ ਹੈ, ਮੈਂ ਕਿਸ ਦੇ ਪ੍ਰਭਾਵ ਹੇਠ ਜੀ ਰਿਹਾ। ਜੋ ਜੋ ਬਾਰ-ਬਾਰ ਯਾਦ ਆਏਗਾ, ਉਸ ਦੇ ਅੰਦਰ ਛਾਪ ਬਣੇਗੀ, ਸਿਮਰਤੀ ਦਾ ਸੰਗ੍ਰਹਿ ਹੋਵੇਗਾ। ਹੁਣ ਤੇ ਮਨੋਵਿਗਿਆਨ ਸਹਿਮਤ ਹੋ ਗਿਆ ਹੈ, ਇੱਕ ਦਫਾ ਕੀਤਾ ਹੋਇਆ ਯਾਦ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ, ਛਾਪ ਬਣ ਜਾਂਦੀ ਹੈ। ਫਿਰ ਕਦੀ ਮਨੁੱਖ ਦਾ ਧਿਆਨ ਅੰਤਰਮੁਖੀ ਆਉਂਦਾ ਹੈ, ਉਹ ਸਿਮਰਤੀ ਫਿਰ ਉਜਾਗਰ ਹੋ ਜਾਂਦੀ ਹੈ, ਬਾਰ-ਬਾਰ ਉਜਾਗਰ ਹੁੰਦੀ ਰਹਿੰਦੀ। ਇਹ ਜੋ ਅੰਦਰ ਸਿਮਰਤੀ ਦਾ ਢੇਰ ਹੈ ਸਾਡੇ ਅੰਦਰ ਬੜਾ, ਜਿਸ ਤੋਂ ਅਸੀਂ ਪ੍ਰਭਾਵਿਤ ਹੋਏ, ਉਹ ਸਾਡੀ ਯਾਦ ਦਾ ਹਿੱਸਾ ਬਣ ਗਿਆ, ਅਮਰ ਯਾਦ ਬਣ ਗਿਆ ਅੰਦਰ। ਉਹਨਾਂ ਯਾਦਾਂ ਦੇ ਇਕੱਠ ਦੇ ਵਿੱਚ, ਸਿਮਰਤੀ ਦੇ ਢੇਰ ਦੇ ਵਿੱਚ ਪਰਮਾਤਮਾ ਨਹੀਂ ਹੈ, ਨਹੀਂ। ਜਦ ਵੀ ਕਦੀ ਧਿਆਨ ਅੰਦਰ ਜਾਂਦਾ ਹੈ, ਸਿਮਰਤੀਆਂ ਦੇ ਢੇਰ ਨੂੰ ਉਧੇੜਦਾ ਹੈ, ਤਾਂ ਕੋਈ ਦੁਖਦ ਘਟਨਾ ਯਾਦ ਆ ਜਾਂਦੀ ਹੈ, ਕੋਈ ਸੁਖਦ ਘਟਨਾ ਯਾਦ ਆ ਜਾਂਦੀ। ਜੋ ਮਿਲਿਆ ਸੀ, ਮਿਲ ਕੇ ਬੜੀ ਖੁਸ਼ੀ ਮਿਲੀ ਸੀ, ਯਾਦ ਆ, ਅੰਦਰ ਛਾਪ ਬਣੀ ਹੋਈ ਹੈ। ਫਿਰ ਵਿਛੜ ਗਿਆ, ਚਲਾ ਗਿਆ, ਨਾ ਰਿਹਾ, ਬੜੀ ਚੋਟ ਲੱਗੀ, ਬੜਾ ਦੁੱਖ ਹੋਇਆ, ਉਹਦੀ ਵੀ ਅੰਦਰ ਛਾਪ ਬਣੀ ਹੋਈ ਹੈ, ਯਾਦ ਆ ਜਾਂਦੀ। ਇਹਨਾਂ ਸਾਰੀਆਂ ਯਾਦਾਂ ਦੇ ਸੰਗ੍ਰਹਿ ਵਿੱਚ ਪਰਮਾਤਮਾ ਦੀ ਯਾਦ ਕੋਈ ਨਹੀਂ। ਕੀਰਤਨ ਤੇ ਕਥਾ ਤੇ ਪਾਠ ਇਹ ਇਸ ਵਾਸਤੇ ਹੈ, ਮਨ ਤੇ ਪ੍ਰਭਾਵ ਪੈ ਜਾਏ ਪਰਮਾਤਮਾ ਦਾ ਔਰ ਅਕਾਲ ਪੁਰਖ ਦੀ ਸਿਮਰਤੀ, ਉਹਦੀ ਯਾਦ ਚੱਲ ਪਵੇ। ਇੱਕ ਦਫਾ ਯਾਦ ਚੱਲ ਪਈ, ਉਹ ਛਾਪ ਬਣ ਜਾਏਗੀ ਇੱਕ ਦਫਾ। ਫਿਰ ਇੱਕ ਦਫਾ ਦੀ ਕੀਤੀ ਹੋਈ ਯਾਦ ਕਦੀ ਭੁੱਲੇਗੀ ਨਹੀਂ। ਜਗਤ ਵਿੱਚ ਕੀਤੀ ਹੋਈ ਯਾਦ ਅੰਦਰ ਸਟੋਰ ਹੋ ਜਾਂਦੀ ਹੈ, ਅੰਦਰ ਰਹਿ ਜਾਂਦੀ ਹੈ। ਫਿਰ ਕਦੀ ਕਦੀ ਧਿਆਨ ਅੰਦਰ ਜਾਂਦਾ ਹੈ, ਉਹ ਸਿਮਰਤੀ ਉਜਾਗਰ ਹੋ ਕੇ ਸਾਹਮਣੇ ਆ ਜਾਂਦੀ ਹੈ। ਲੇਕਿਨ ਸਿਰਫ ਇੱਕੋ ਹੀ ਦਫਾ ਯਾਦ ਆ ਜਾਏ, ਯਾਦ ਆਉਂਦਿਆਂ ਮਨੁੱਖ ਹੈਰਾਨ ਹੋ ਜਾਂਦਾ ਹੈ, ਇਤਨਾ ਖਜ਼ਾਨਾ ਅੰਦਰ ਪਿਆ ਸੀ, ਇਹ ਨਾਮ ਰਤਨ ਅੰਦਰ ਪਿਆ ਸੀ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਦੇਹੀ ਮਿੱਟੀ ਦੀ ਢੇਰੀ, ਇਸ ਮਿੱਟੀ ਦੀ ਢੇਰੀ ਵਿੱਚ ਅੰਮ੍ਰਿਤ ਤੱਤ ਪਿਆ। ਇਹਨੂੰ ਇਕਬਾਲ ਇੰਜ ਬਿਆਨ ਕਰਦਾ ਹੈ, ਖਜ਼ਾਨਾ ਹੂੰ ਛੁਪਾਇਆ ਮੁਝਕੋ ਮੁਝਤੇ ਖਾਕੇ सहरा ने। खजाना हूँ छुपाया मुझको मुझते खाके सहरा ने। किसी को क्या खबर है कौन हूँ मैं, किसकी दौलत हूँ। बहुत बड़ा मैं खजाना, पर की करा सहरा मरूथल।
ਮਰੂਥਲ ਰੇਤ ਦੀ ਢੇਰ ਦੇ ਥੱਲੇ ਛੁਪਿਆ ਪਿਆ। ਇਹ ਸਾਰੀ ਰੇਤ ਪਰੇ ਕਰਾਂ, ਮਰੂਥਲ, ਇਸ ਸਾਰੀ ਮਿੱਟੀ ਨੂੰ ਇੱਕ ਪਾਸੇ ਕਰਾਂ ਤੇ ਰਤਨ ਪ੍ਰਗਟ ਹੋਵੇ। ਇਸ ਨੂੰ ਮੈਂ ਇਸ ਤਰ੍ਹਾਂ ਵੀ ਬਿਆਨ ਕਰਦਾ ਹਾਂ, ਇੱਕ ਸੰਗ ਤਰਾਸ਼ ਹੈ। ਪੱਥਰ ਦੇ ਚੋਂ ਮਹਾਤਮਾ ਬੁੱਧ ਨੂੰ ਪ੍ਰਗਟ ਕਰਦਾ ਹੈ, ਰਾਮ ਨੂੰ ਪ੍ਰਗਟ ਕਰਦਾ ਹੈ, ਸ੍ਰੀ ਕ੍ਰਿਸ਼ਨ ਨੂੰ ਪ੍ਰਗਟ ਕਰਦਾ ਹੈ। ਤੋ ਇਹ ਕ੍ਰਿਸ਼ਨ ਬਾਹਰੋਂ ਆ ਜਾਂਦੇ ਨੇ ਪੱਥਰ ਦੇ 'ਚ, ਇਹ ਰਾਮ ਬਾਹਰੋਂ ਆ ਜਾਂਦਾ ਹੈ ਪੱਥਰ ਦੇ 'ਚ। ਨਹੀਂ, ਉਸ ਸੰਗ ਤਰਾਸ਼ ਕੋਲ ਇੱਕ ਕਲਾ ਹੈ ਕਿ ਪੱਥਰ ਦੇ ਚੋਂ ਰਾਮ ਨੂੰ ਕਿਵੇਂ ਪ੍ਰਗਟ ਕਰਨਾ। ਉਹ ਕਰਦਾ ਕੀ ਹੈ? ਕੁਝ ਫਾਲਤੂ ਟੁਕੜਿਆਂ ਨੂੰ ਇੱਕ ਪਾਸੇ ਕਰਦਾ ਹੈ ਔਰ ਬੜੇ ਢੰਗ ਨਾਲ ਕਰਦਾ ਹੈ। ਤਰਾਸ਼ ਤਰਾਸ਼ ਕੇ, ਬੜੀ ਮਿਹਨਤ ਨਾਲ, ਬੜੀ ਸਿਆਣਪ ਨਾਲ, ਬੜੀ ਇਕਾਗਰਤਾ ਨਾਲ, ਛੈਣਾ ਕਿਧਰੇ ਗਲਤ ਥਾਂ ਤੇ ਨਾ ਲੱਗ ਜਾਏ, ਹਥੌੜੀ ਦੀ ਚੋਟ ਕਿਧਰੇ ਵੱਧ ਨਾ ਲੱਗ ਜਾਏ। ਬੜੇ ਢੰਗ ਨਾਲ ਤਰਾਸ਼ਦਾ ਹੈ, ਫਾਲਤੂ ਟੁਕੜਿਆਂ ਨੂੰ ਇੱਕ ਪਾਸੇ ਕਰ ਦਿੰਦਾ ਹੈ। ਉਸੇ ਹੀ ਪੱਥਰ ਦੇ ਅੰਦਰੋਂ ਰਾਮ ਪ੍ਰਗਟ ਹੋ ਜਾਂਦਾ। ਕੁਝ ਫਾਲਤੂ ਵਿਚਾਰਾਂ ਨੂੰ ਇੱਕ ਪਾਸੇ ਕਰੀਏ, ਅੰਦਰੋਂ ਹੀ ਨਿਰੰਕਾਰ ਪ੍ਰਗਟ ਹੋ ਜਾਂਦਾ। ਵਿਚਾਰਾਂ ਕਰਕੇ ਰਾਮ ਨਹੀਂ ਦਿਖਾਈ ਦਿੰਦਾ। ਵਿਚਾਰ ਫਿਜ਼ੂਲ ਦੇ ਵਿਚਾਰਾਂ ਕਰਕੇ ਨਾਮ ਰਤਨ ਨਹੀਂ ਦਿਖਾਈ ਦਿੰਦਾ। ਮੂਰਤੀ ਤੇ ਰਾਮ ਦੀ ਪੱਥਰ ਦੇ 'ਚ ਪਈ ਹੋਈ ਹੈ, ਕੁਝ ਫਾਲਤੂ ਟੁਕੜੇ ਨਾਲ ਜੁੜੇ ਹੋਏ ਨੇ। ਉਹ ਤਰਾਸ਼ਣੇ ਪੈਣਗੇ। ਕਿਵੇਂ ਤਰਾਸ਼ੀਏ? ਉਹ ਕੀਰਤਨ ਸੁਣ ਕੇ ਤਰਾਸ਼ਣੇ ਪੈਣਗੇ, ਉਹ ਕਥਾ ਸੁਣ ਕੇ ਤਰਾਸ਼ਣੇ ਪੈਣਗੇ, ਉਹ ਵਾਹਿਗੁਰੂ ਵਾਹਿਗੁਰੂ ਮੰਤਰ ਜਪ ਕੇ ਤਰਾਸ਼ਣੇ ਪੈਣਗੇ। ਅੰਦਰੋਂ ਹੀ ਨਾਮ ਪ੍ਰਗਟ ਹੋ ਜਾਏਗਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੇ ਮੈਂ ਇਸ ਕਾ ਬਿਸਰਾਮ। जैसे हर मनुख पत्थर दे चों राम नहीं प्रगट कर सकता, ये कला सीखनी पैंदी है। गुरबाणी बकायदा वाक आया, धर्म भी कला है, धर्म कला हर बंद बहाली, धर्म भी कला है। जैसे संग तराश कोल कला है, वो पत्थर दे चों महात्मा बुद्ध नूं प्रगट कर देंदा, वो पत्थर दे चों कृष्ण नूं प्रगट करदा है, राम ਨੂੰ ਪ੍ਰਗਟ ਕਰਦਾ ਹੈ। ਇੱਕ ਅਭਿਆਸੀ ਕੋਲੋਂ, ਇੱਕ ਗੁਰਮੁਖ ਕੋਲ ਕਲਾ ਹੈ। ਉਹ ਬਾਣੀ ਨੂੰ ਜਪ ਜਪ ਕੇ ਆਪਣੇ ਇਸ ਮਿੱਟੀ ਦੀ ਢੇਰੀ ਦੇ ਚੋਂ ਇਸੇ ਹੀ ਫਾਲਤੂ ਵਿਚਾਰਾਂ ਨੂੰ ਤਰਾਸ਼ ਕੇ ਇੱਕ ਪਾਸੇ ਕਰਕੇ ਨਿਰੰਕਾਰ ਨੂੰ ਪ੍ਰਗਟ ਕਰਦਾ ਹੈ। ਇੱਕ ਕਲਾ ਹੈ। ਤੋ ਸੰਗ ਤਰਾਸ਼ ਕੋਈ ਵਿਰਲੇ ਹੀ ਆਉਂਦੇ ਨੇ जो पत्थर दे चों मूर्ति प्रगट करन। यकीन जानो, धर्म की कला भी किसी कोल होंदी है जिसने इसी जीवन दे च नवनिध नाम नूं प्रगट किया हुंदा है। नवनिध अमृत प्रभ का नाम देही में इसका विसराम। फालतू विचारां नूं एक पासे कर दईए, नाम ते अंदर ही पिया। जैसे उसकी समझ आ जाती है तो फिर कहने का ढंग यह होंदा, मैनू नाम की प्राप्ति हो गई हैगा सी, समझ आ गई है, उहदे कोल सी, प्राप्त होया सी, पता नहीं सी। जिन्हों इकबाल इंज कहंदा है, खजाना हो मैं माड़ा मोटा खजाना नहीं, बहुत बड़ा खजाना। खजाना हूँ छुपाया मुझको मुझते, खाक के सहरा ने किसी को क्या खबर है कौन हो, मैं किसकी दौलत हूँ, आम जगत नूं की पता है। हर एक कोल खजाना है। गुरु अर्जन देव जी महाराज दे समकाली होए ने भगत बिखा जी। वो कहते ने, बिखया भुखा को नहीं, सबकी गांठड़ी लाल, पर गांठ खोल देखे नहीं, या बिद भय कंगाल। इस वास्ते कंगाल ने, गठड़ी खोल के ही नहीं देख रहे, कभी जीवन के गहरे तल विच जांदे ही नहीं।
ਗੁਰਬਾਣੀ ਦਾ ਪਾਠ ਗਹਿਰਾਈ ਨਾਲ ਸੁਣਨਾ ਜੀਵਨ ਦੇ ਗਹਿਰੇ ਤਲ ਵਿੱਚ ਜਾਣਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਗੁਰੂ ਨੇ ਬਖਸ਼ਿਸ਼ ਕੀਤੀ ਹੈ, ਮੇਰੇ ਮਸਤਕ ਤੇ ਹੱਥ ਰੱਖਿਆ, ਨਾਮ ਪ੍ਰਗਟ ਹੋਇਆ, ਉਹਦੀ ਬਰਕਤ ਨਾਲ ਕੀ ਹੋਇਆ? ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਜਨਮਾਂ ਜਨਮਾਂਤਰਾਂ ਦੇ ਪਾਪ ਦੁੱਖ ਮਿਟ ਗਏ ਤੇ ਜਨਮਾਂ ਜਨਮਾਂਤਰਾਂ ਦੇ ਕਰਜ਼ੇ ਵੀ ਲੈ ਗਏ, ਸਾਡਾ ਕਰਜ਼ਾ ਵੀ ਲੈ ਗਏ। ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਪੁੱਛੀਏ, ਤੁਸੀਂ ਕਿਸ ਦੇ ਕਰਜ਼ਾਈ, ਕਿਹਦਾ ਕਰਜ਼ਾ ਦੇਣਾ? ਮੁਹੰਮਦ ਸਾਹਿਬ ਨੇ ਜੋ ਸ਼ਰ੍ਹਾ ਬਣਾਈ ਹੈ ਉਹ ਇਹ ਹੈ ਕਿ ਹਜ ਕਰਨ ਲਈ ਉਹ ਮਨੁੱਖ ਆਵੇ ਜਿਹਨੇ ਕਿਸੇ ਦਾ ਕਰਜ਼ਾ ਨਾ ਦੇਣਾ ਹੋਵੇ। ਆਉਣਾ ਤੇ ਕਰਜ਼ਾ ਉਤਾਰ ਕੇ ਆਵੇ, ਵਰਨਾ ਨਾ ਆਵੇ। ਉਹਨੇ ਇਹ ਪਹਿਲੀ ਸ਼ਰਤ ਲਾਈ ਹੈ, ਪਹਿਲੀ ਸ਼ਰਤ ਲਾਈ ਹੈ। ਭਾਵੇਂ ਮੇਰਾ ਬਚਪਨਾ ਸੀ, ਤੇ ਪਿਤਾ ਕੋਲ ਅਨਾਜ ਦੀਆਂ ਕੋਈ 40 ਬੋਰੀਆਂ ਕਣਕ ਲੈ ਗਿਆ ਸੀ, ਜ਼ਮੀਨਦਾਰਾ ਸੀ, ਪੈਸੇ ਦੇਣ ਤੋਂ ਇਨਕਾਰੀ ਹੋ ਗਿਆ। ਰੱਬ ਦੀ ਨੇ 5-6 ਸਾਲ ਲੰਘ ਗਏ। ਦੇਸ਼ ਦੀ ਵੰਡ ਤੋਂ ਪਹਿਲੇ ਦੀ ਗੱਲ ਹੈ, ਸਾਲ ਪਹਿਲੇ ਦੀ ਗੱਲ। ਉਹ ਆਇਆ ਤੇ ਪੈਸੇ ਦੇ ਗਿਆ। ਪਿਤਾ ਨੇ ਪੁੱਛਿਆ, ਗੱਲ ਕੀ ਹੈ? ਮੰਗਣ ਤੇ ਤੂੰ ਦਿੱਤੇ ਨਹੀਂ, ਔਰ ਸਾਫ਼ ਕਹਿ ਦਿੱਤਾ ਸੀ ਮੈਂ ਦੇਣਾ ਹੀ ਨਹੀਂ। ਹੁਣ ਆਪਣੇ ਆਪ ਕਹਿੰਦਾ ਮੈਂ ਹਜ ਕਰਨ ਜਾ ਰਿਹਾ, ਹਜ ਕਰਨ ਜਾ ਰਿਹਾ। ਮੁਹੰਮਦ ਸਾਹਿਬ ਕਹਿੰਦੇ ਨੇ, ਹਜ ਉਸੇ ਦੀ ਪ੍ਰਵਾਨ ਹੈ ਜਿਸ ਨੇ ਕਰਜ਼ਾ ਨਾ ਦੇਣਾ। ਤੇ ਤੁਹਾਡੇ ਹੁਣ ਥੋੜੇ ਜਿਹਾ ਪੈਸਿਆਂ ਪਿੱਛੇ ਮੇਰੀ ਹਜ ਖਰਾਬ ਹੋ ਜਾਏ, ਹੈ ਲਓ ਤੁਸੀਂ। ਮੁਸਲਮਾਨ ਆਪਣਾ ਕਰਜ਼ਾ ਨਿਬੇੜ ਕੇ ਜਾਂਦੇ ਨੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਹਦਾ ਕਰਜ਼ਾ ਦੇਣਾ ਹੈ ਔਰ ਕੀ ਕਰਜ਼ਾ ਦੇਣਾ ਹੈ, ਕਿਤਨਾ ਕਰਜ਼ਾ ਦੇਣਾ ਹੈ, ਇਸ ਤਰ੍ਹਾਂ ਦੇ ਕਰਜ਼ੇ ਦੀ ਗੱਲ ਗੁਰੂ ਰਾਮਦਾਸ ਜੀ ਨਹੀਂ ਕਰ ਰਹੇ। ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰੂ ਨਾਮ ਦਿਓ ਰਿਣ ਲਾਥਾ। ਰਿਣ ਲੈ ਗਏ, ਰਿਣ ਕਰਜ਼ੇ ਨੂੰ ਕਹਿੰਦੇ ਨੇ ਰਿਣੀ ਆ ਮੈਂ, ਤੁਹਾਡਾ ਕਰਜ਼ਾ ਹੀ। ਰਿਣ ਤੇ ਲੈ ਗਿਆ, ਕਰਜ਼ਾ ਤੇ ਲੈ ਗਿਆ। ਵਿਦਵਾਨਾਂ ਨੇ, ਅਨੁਭਵੀ ਪੁਰਸ਼ਾਂ ਨੇ ਹਰ ਮਨੁੱਖ ਦੇ ਉੱਤੇ 4 ਕਰਜ਼ੇ ਮੰਨੇ ਨੇ। 4 ਕਿਹੜੇ? ਪਿਤਰੀ ਰਿਣ, ਦੇਵ ਰਿਣ, ਗੁਰੂ ਰਿਣ, ਬ੍ਰਹਮ ਰਿਣ। ਇਹ 4 ਕਰਜ਼ੇ। ਪਿਤਰੀ ਰਿਣ, ਦੇਵ ਰਿਣ, ਗੁਰੂ ਰਿਣ ਔਰ ਬ੍ਰਹਮ ਰਿਣ। ਮਾਂ ਬਾਪ ਦਾ ਕਰਜ਼ਾ, ਦੇਵਤਿਆਂ ਦਾ ਕਰਜ਼ਾ, ਗੁਰੂ ਦਾ ਕਰਜ਼ਾ, ਪਰਮਾਤਮਾ ਦਾ ਕਰਜ਼ਾ। ਕਰਜ਼ਾਈ ਹਾਂ, ਹਰ ਬਸ਼ਰ ਕਰਜ਼ਾਈ ਹੈ। ਪ੍ਰਥਮ ਪਿਤਰੀ ਰਿਣ। ਸੇਵਾ ਕਮਜ਼ੋਰ ਦੀ ਕਰਨੀ ਆਉਂਦੀ ਹੈ, ਸਿਮਰਨ ਸਰਬ ਕਲਾ ਸਮਰੱਥ ਪਰਮਾਤਮਾ ਦਾ ਕਰਨਾ ਹੈ। ਸੇਵਾ ਸੰਸਾਰ ਦੀ ਕਰਨੀ ਹੈ, ਨਿਰੰਕਾਰ ਦੀ ਨਹੀਂ। ਨਿਰੰਕਾਰ ਦੀ ਸੇਵਾ ਕਰਨ ਦੀ ਲੋੜ ਨਹੀਂ। ਗੁਸਤਾਖੀ ਮਾਫ, ਨਿਰੰਕਾਰ ਤੇ ਸਾਡੀ ਸੇਵਾ ਪਿਆ ਕਰਦਾ। ਹਮੇਸ਼ਾ ਸੇਵਾ ਕਮਜ਼ੋਰ ਦੀ ਆਉਂਦੀ ਹੈ, ਤਾਕਤਵਰ ਦੀ ਗੁਲਾਮੀ ਆਉਂਦੀ ਹੈ, ਨੌਕਰੀ ਆਉਂਦੀ ਹੈ। ਸੇਵਾ ਕਮਜ਼ੋਰ ਦੀ ਆਉਂਦੀ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ। ਮਾਸੂਮ ਬੱਚਾ ਕਮਜ਼ੋਰ ਹੈ, ਨਵਾਂ ਜਨਮਿਆ, ਮਾਂ ਸੇਵਾ ਪਈ ਕਰਦੀ ਹੈ। ਉਹਨੂੰ ਰਾਜਾ ਬੇਟਾ ਆਖੀ ਜਾ ਰਹੀ, ਆਪ ਨੌਕਰਾਣੀ ਬਣੀ ਹੋਈ ਹੈ। ਉਹਦਾ ਮਲ ਮੂਤਰ ਸਾਫ਼ ਕਰਦੀ, ਉਹਦੇ ਬਸਤਰ ਧੋਂਦੀ ਹੈ,
ਉਹਦੀ ਖੁਰਾਕ ਦਾ, ਖਾਣ ਪਾਣ ਦਾ ਖਿਆਲ ਰੱਖਦੀ ਹੈ। ਨੌਕਰਾਣੀ ਬਣੀ ਹੋਈ ਹੈ, ਪਿਤਾ ਨੌਕਰ ਬਣਿਆ ਹੈ। ਕਾਰਨ ਬੱਚਾ ਕਮਜ਼ੋਰ ਹੈ, ਬਹੁਤ ਕਮਜ਼ੋਰ ਹੈ, ਤੇ ਸੇਵਾ ਕਮਜ਼ੋਰ ਦੀ ਹੁੰਦੀ ਹੈ। ਮਾਂ ਬਾਪ ਸੇਵਾ ਕਰ ਰਹੇ ਨੇ, ਫਿਰ ਸਹਿਜੇ ਸਹਿਜੇ ਮਾਂ ਬਾਪ ਬੁੱਢੇ ਹੋ ਗਏ, ਕਮਜ਼ੋਰ ਹੋ ਗਏ, ਪੁੱਤਰ ਜਵਾਨ ਹੋ ਗਿਆ, ਬਲਵਾਨ ਹੋ ਗਿਆ। ਹੁਣ ਇਹ ਮਾਂ ਬਾਪ ਦੀ ਸੇਵਾ ਕਰੇ ਤਾਂ ਇਹਦਾ ਕਰਜ਼ਾ ਲਏਗਾ, ਨਹੀਂ ਤੇ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਮਾਂ ਪਿਓ ਪਰ ਹਰ ਸੁਣੇ ਬੇਦ, ਭੇਦ ਨਾ ਜਾਣੇ ਕਥਾ ਕਹਾਣੀ। ਭਾਈ ਸਾਹਿਬ ਭਾਈ ਗੁਰਦਾਸ ਜੀ, ਮਾਂ ਬਾਪ ਦਾ ਕਰਜ਼ਾ ਤੇ ਨਿਬੇੜਿਆ ਨਹੀਂ, ਜਾ ਰਿਹਾ ਕਥਾ ਸੁਣਨ, ਧਰਮ ਗ੍ਰੰਥਾਂ ਦੀ, ਗਿਆਨ ਦੇ ਗ੍ਰੰਥਾਂ ਦੀ। ਭਾਈ ਸਾਹਿਬ ਕਹਿੰਦੇ ਨੇ, ਕਥਾ ਇੱਕ ਕਹਾਣੀ ਦਾ ਸੁਣਨਾ ਹੋਵੇਗਾ, ਇਹਦੇ ਪੱਲੇ ਕੱਖ ਨਹੀਂ ਪੈਣਾ, ਕਰਜ਼ਾ ਹੀ ਹੈ। ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੇ। ਮਾਂ ਦਾ ਦਿਲ ਤੋੜ ਕੇ, ਪਿਤਾ ਦੀ ਬੇਇੱਜ਼ਤੀ ਕਰਕੇ ਜਾ ਰਿਹਾ ਤੀਰਥਾਂ ਤੇ। ਭਾਈ ਸਾਹਿਬ ਕਹਿੰਦੇ ਨੇ, ਸੈਰ ਸਪਾਟਾ ਹੋਵੇਗਾ, ਘੁੰਮਣ ਵਾਣੀ ਹੋਵੇਗੀ, ਔਰ ਕੁਛ ਵੀ ਨਹੀਂ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਂ ਦੇ ਸਿਰ ਦੇ ਉੱਤੇ ਚੁੰਨੀ ਪਾਟੀ ਹੋਈ ਹੈ, ਵਿਚਾਰੀ ਦੀ ਪੈਰਾਂ 'ਚ ਚੱਪਲ ਵੀ ਨਹੀਂ ਹੈ, ਹਨ ਤੇ ਟੁੱਟੀਆਂ ਹੋਈਆਂ। ਪਿਓ ਦੇ ਕੱਪੜੇ ਪਾਟੇ ਹੋਏ ਨੇ। ਇਹ ਮੰਦਰ ਗੁਰਦੁਆਰੇ 'ਚ ਬੜਾ ਦਾਨ ਪਿਆ ਕਰਦਾ ਹੈ। ਭਾਈ ਸਾਹਿਬ ਕਹਿੰਦੇ ਨੇ, ਦਾਨੀ ਨਹੀਂ ਹੈ, ਮਹਾਂ ਬੇਈਮਾਨ ਹੈ। ਇਹ ਬੇਈਮਾਨ, ਇਹ ਦਾਨੀ ਨਹੀਂ ਹੈ, ਇਹ ਕਰਜ਼ਾ ਹੀ ਨਹੀਂ ਚੁਕਾਇਆ ਇਸਨੇ, ਬੇਈਮਾਨ ਹੈ। ਤੇ ਜੋ ਕਰਜ਼ਾ ਨਾ ਦੇਵੇ ਉਹਨੂੰ ਕੀ ਕਹਿੰਦੇ ਨੇ? ਬੇਈਮਾਨ। ਇਹਨੇ ਪਿਤਰਾਂ ਦਾ ਕਰਜ਼ਾ ਹੀ ਨਹੀਂ ਨਿਬੇੜੇ। ਮਾਂ ਬਾਪ ਕਮਜ਼ੋਰ ਹੋ ਗਏ ਨੇ, ਸੇਵਾ ਤੇ ਕਮਜ਼ੋਰ ਦੀ ਕਰੀ ਦੀ ਹੈ। ਸੰਸਾਰ ਵਿੱਚ ਜਿਸ ਪੱਖ ਤੇ ਕੋਈ ਕਮਜ਼ੋਰ ਹੈ, ਸੇਵਾ ਉਸ ਦੀ ਕਰਨੀ ਹੁੰਦੀ। ਜੋ ਮੇਰੇ ਪਿੱਛੇ ਚੱਲ ਰਿਹਾ, ਸੇਵਾ ਉਸ ਦੀ ਕਰਨੀ ਹੁੰਦੀ ਹੈ। ਬਰਾਬਰੀ ਤੇ ਆ ਜਾਏ, ਉਹਨੂੰ ਕਿਧਰੇ ਮੌਕਾ ਮਿਲਦਾ ਤੇ ਅੱਗੇ ਲੰਘੇ, ਤੇ ਅੱਗੇ ਲੰਘ ਜਾਏ, ਇਹ ਰਾਜਨੀਤਿਕ ਨਹੀਂ ਕਰ ਸਕਦਾ। ਉਹਦੀ ਜੋ ਪਿੱਛੇ ਚੱਲ ਰਿਹਾ, ਉਸ ਤੋਂ ਖਤਰਾ ਆਉਂਦਾ ਹੈ, ਕਿਧਰੇ ਬਰਾਬਰੀ ਤੇ ਨਾ ਆ ਜਾਏ, ਐਸਾ ਨਾ ਹੋਵੇ ਅੱਗੇ ਹੀ ਨਾ ਲੰਘ ਜਾਏ। ਤੋ ਜਿਹੜਾ ਪਿੱਛੇ ਆ ਰਿਹਾ ਹੁੰਦਾ, ਉਹਨੂੰ ਖਿੱਚ ਕੇ ਲੱਤ ਮਾਰੀ ਜਾਂਦੀ ਹੈ, ਹੋਰ ਪਿੱਛੇ ਹੋ ਜਾਏ, ਨੇੜੇ ਨਾ ਹੋ ਜਾਏ। ਰਾਜਨੀਤੀ ਤੇ ਇਸ ਤਰ੍ਹਾਂ ਚੱਲਦਾ, ਹਕੀਕਤ ਹੈ, ਸੱਚਾਈ ਹੈ। ਨਹੀਂ ਤੇ ਬਰਾਬਰੀ ਤੇ ਆ ਜਾਏਗਾ, ਤੇ ਬਰਾਬਰੀ ਤੇ ਆ ਗਿਆ ਤੇ ਖਤਰਾ ਵੀ ਹੋ ਸਕਦਾ, ਹੋ ਗਿਆ ਅੱਗੇ ਨਿਕਲ ਜਾਏ। ਸੇਵਾ ਧਾਰਮਿਕ ਮਨੁੱਖ ਕਰ ਸਕਦਾ ਹੈ, ਅੱਗੇ ਲੰਘਦਾ ਹੈ ਤੇ ਲੰਘ ਜਾਵੇ। ਇਹਦਾ ਪਿੱਛੇ ਹੋਣਾ ਮੈਨੂੰ ਅਖਰਦਾ ਹੈ, ਔਖਾ ਕਰਦਾ ਹੈ। ਅੰਦਰ ਇਤਨੀ ਦਇਆ ਹੈ, ਮੈਂ 2 ਟਾਈਮ ਖਾ ਲੈਂਦਾ, ਇਸ ਵਿਚਾਰੇ ਨੂੰ ਕੋਲ 2 ਟਾਈਮ ਖਾਣ ਦਾ ਨਹੀਂ। ਮੈਂ ਸੁੰਦਰ ਕੱਪੜੇ ਪਹਿਨ ਲੈਂਦਾ, ਇਹਦੇ ਪਾਟੇ ਹੋਏ ਨੇ। ਸੇਵਾ ਉਸ ਦੀ ਕਰਨੀ ਹੈ ਜੋ ਮੇਰੇ ਪਿੱਛੇ ਹੈ। ਤੋ ਸੰਸਾਰ ਦੇ ਵਿੱਚ ਹਰ ਮਨੁੱਖ ਹਰ ਗੱਲ ਦੇ ਵਿੱਚ ਅੱਗੇ ਨਹੀਂ ਆਉਂਦਾ। ਕੋਈ ਕਲਾ ਦੇ ਵਿੱਚ ਪਿੱਛੇ ਆਉਂਦਾ ਹੈ, ਕੋਈ ਗਿਆਨ ਦੇ ਵਿੱਚ ਪਿੱਛੇ ਆਉਂਦਾ ਹੈ, ਕੋਈ ਧਨ ਦੇ ਵਿੱਚ ਪਿੱਛੇ ਆਉਂਦਾ ਹੈ, ਕੋਈ ਪ੍ਰਭਤਾ ਦੇ ਵਿੱਚ ਪਿੱਛੇ ਆਉਂਦਾ ਹੈ। ਹਰ ਗੱਲ ਦੇ ਵਿੱਚ ਕੋਈ ਮਨੁੱਖ ਅੱਗੇ ਨਹੀਂ ਆਉਂਦਾ। ਜਿਸ ਜਿਸ ਗੱਲ ਦੇ ਵਿੱਚ ਉਹ ਪਿੱਛੇ ਹੈ, ਉਹਦੀ ਸੇਵਾ ਕਰਨੀ ਹੈ। ਵਿੱਚ ਦੁਨੀਆ ਸੇ ਕਮਾਈਏ, ਤਾਂ ਦਰਗੇ ਬੈਸਣ ਪਾਈਏ। ਸੇਵਾ ਦੁਨੀਆ ਦੀ ਕਰਨੀ ਹੈ, ਸਿਮਰਨ ਦਿਨ ਦਾ ਕਰਨਾ ਹੈ। ਸੇਵਾ ਸੰਸਾਰ ਦੀ ਕਰਨੀ ਹੈ, ਸਿਮਰਨ ਨਿਰੰਕਾਰ ਦਾ ਕਰਨਾ ਹੈ। ਨਿਰੰਕਾਰ ਦੀ ਸੇਵਾ ਦੀ ਲੋੜ ਨਹੀਂ,
ਨਿਰੰਕਾਰ ਨੂੰ ਪਾਣੀ ਪਿਲਾਓਗੇ ਜਿਹਨੇ 7 ਸਾਗਰ ਬਣਾ ਦਿੱਤੇ ਨੇ। ਨਿਰੰਕਾਰ ਨੂੰ ਭੋਜਨ ਖਿਲਾਓਗੇ ਜਿਹੜਾ ਹੈ ਹੀ ਨਿਰਾਹਾਰੀ, ਉਹਦੀ ਕੀ ਸੇਵਾ ਕਰੋਗੇ? ਉਹ ਤੇ ਸਰਬ ਸ਼ਕਤੀਮਾਨ ਹੈ, ਉਹ ਸਾਡੀ ਸੇਵਾ ਪਿਆ ਕਰਦਾ। ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ, ਉਹੀ ਦੇ ਰਿਹਾ। ਧਰਤੀ ਬਣ ਕੇ ਸਾਨੂੰ ਟਿਕਾਣਾ ਦਿੰਦਾ, ਉਸੇ ਨਹੀਂ ਦਿੱਤਾ ਹੈ। ਪਵਨ ਬਣ ਕੇ ਸਾਨੂੰ ਜੀਵਨ ਦਿੰਦਾ ਹੈ, ਪਾਣੀ ਬਣ ਕੇ ਸਾਨੂੰ ਜ਼ਿੰਦਗੀ ਦਿੰਦਾ, ਉਹੀ ਦੇ ਰਿਹਾ, ਉਹੀ ਦੇ ਰਿਹਾ। ਉਹ ਸਾਡੀ ਸੇਵਾ ਦੇ ਵਿੱਚ ਦਿਨ ਰਾਤ ਜੁਟਿਆ ਹੋਇਆ ਹੈ। ਪਰਮਾਤਮਾ ਸੇਵਾ ਨਾ ਕਰੇ ਤੇ ਅਸੀਂ ਇੱਕ ਸੈਕਿੰਡ ਵੀ ਨਹੀਂ ਹੋ ਸਕਦੇ। ਉਹ ਹਵਾ ਬਣ ਕੇ ਸਾਨੂੰ ਪ੍ਰਾਣ ਦੇ ਰਿਹਾ ਹੈ, ਉਹ ਪਾਣੀ ਬਣ ਕੇ ਸਾਨੂੰ ਜੀਵਨ ਦੇ ਰਿਹਾ ਹੈ, ਉਹ ਧਰਤੀ ਬਣ ਕੇ ਸਾਨੂੰ ਟਿਕਾਣਾ ਦੇ ਰਿਹਾ ਹੈ, ਉਹ ਸੂਰਜ ਬਣ ਕੇ ਸਾਨੂੰ ਰੋਸ਼ਨੀ ਦੇ ਰਿਹਾ ਹੈ। ਔਰ ਕੌਣ ਦੇ ਰਿਹਾ ਉਸ ਤੋਂ ਬਿਨਾਂ? ਉਹਦੇ ਸਾਹਮਣੇ ਅਸੀਂ ਕਮਜ਼ੋਰ ਹਾਂ, ਲਾਗਰ ਹਾਂ, ਲਾਚਾਰ ਹਾਂ। ਸਾਡੀ ਸੇਵਾ ਦੇ ਵਿੱਚ ਉਹ ਜੁਟਿਆ ਹੋਇਆ ਹੈ, ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ ਹੈ। ਸਿਮਰਨ ਕਰਕੇ ਅਸੀਂ ਉਸ ਨਾਲ ਜੁੜ ਜਾਈਏ, ਸੰਬੰਧ ਜੁੜ ਜਾਏਗਾ। ਉਹ ਤੇ ਸਾਡੇ ਨਾਲ ਜੁੜਿਆ ਹੋਇਆ ਹੈ, ਕਿਉਂਕਿ ਸਾਡੀ ਸਿਮਰਤੀ ਦੇ ਚ ਨਹੀਂ ਹੈ। ਇਸ ਵਾਸਤੇ ਅਸੀਂ ਟੁੱਟੇ ਹੋਇਆ। ਜੋ ਭੁੱਲ ਗਿਆ ਸੰਬੰਧ ਟੁੱਟ ਗਿਆ, ਜੋ ਯਾਦ ਆ ਜਾਏ ਸੰਬੰਧ ਜੁੜ ਗਿਆ। ਸੰਬੰਧ ਯਾਦਾਂ ਦੇ ਨੇ, ਸਿਮਰਤੀ ਦੇ ਨੇ, ਚੇਤੇ ਦੇ ਨੇ। ਪਹਿਲਾ ਕਰਜ਼ਾ ਪਿਤਰੀ ਰਿਣ। ਮਾਂ ਬਾਪ ਨੇ ਸੇਵਾ ਕੀਤੀ ਸੀ, ਹੁਣ ਤੂੰ ਸੇਵਾ ਕਰ, ਇਹ ਕਰਜ਼ਾ ਉਤਰੇਗਾ। ਬੇਈਮਾਨ ਤੱਕ ਕਹਿ ਦਿੱਤਾ ਹੈ ਭਾਈ ਗੁਰਦਾਸ ਨੇ। ਇਹਨੇ ਸੇਵਾ ਲੈ ਤੇ ਲਈ, ਹੁਣ ਬਦਲੇ 'ਚ ਦਿੰਦਾ ਨਹੀਂ। ਜਿਵੇਂ ਕਿਸੇ ਕੋਲ ਕਰਜ਼ਾ ਲੈ ਤੇ ਲਿਆ, ਲੁਟਾਉਂਦਾ ਨਹੀਂ। ਬੇਈਮਾਨ